ਹੈਲੋ एवरीवन ਅੱਜ ਅਸੀਂ ਹੈਲਥ ਅਵੇਅਰਨੈਸ ਦਾ ਲੈਕਚਰ 4 ਦੇਖਾਂਗੇ। ਇਸ ਵਿੱਚ ਆਪਾਂ ਦੋ ਟੌਪਿਕ ਡਿਸਕਸ ਕਰਾਂਗੇ। ਇੱਕ ਕੋਵਿਡ, ਠੀਕ ਹੈ, ਕੋਵਿਡ-19 ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ। ਡਨ। ਇੱਕ ਡਾਊਨ ਸਿੰਡਰੋਮ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਡਾਊਨ ਸਿੰਡਰੋਮ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲੇ ਇਹ ਟੌਪਿਕ ਦੇਖਦੇ ਹਾਂ ਆਪਾਂ ਕੋਵਿਡ-19 ਦਾ। ਸੋ ਤੁਸੀਂ ਇਸ ਬਾਰੇ ਸੁਣਿਆ ਤਾਂ ਹੋਣਾ, ਮगर ਕੁਝ ਕੁਐਸਚਨ ਹੈ ਜੋ ਇਸ ਬਾਰੇ ਪੁੱਛਿਆ ਜਾ ਸਕਦਾ ਹੈ। ਮਤਲਬ ਕਿ ਜੇ ਆਪਾਂ ਟਾਈਮਲੀ ਰਿਵੀਜ਼ਨ ਕਰਦੇ ਰਹੀਏ ਤਾਂ ਚੰਗਾ ਹੈ। ਤਾਂ ਸਭ ਤੋਂ ਪਹਿਲੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਕਿ ਕੋਵਿਡ-19 ਜਿਹੜਾ ਹੈ, ਜੇ ਆਪਾਂ 19 ਦੀ ਗੱਲ ਕਰੀਏ, ਉਹਦੇ 2020 ਕਿਉਂ ਨਹੀਂ ਆਇਆ। ਆਪਾਂ ਤਾਂ ਮਾਰਚ 'ਚ ਜਨ ਤੋਂ ਪਤਾ ਲੱਗਿਆ ਨਾ, ਜਨ ਜਾਂ ਫੈਬਰ ਤੋਂ ਪਤਾ ਲੱਗਿਆ ਕਿ ਚਾਈਨਾ 'ਚ ਕੰਮ ਖਰਾਬ ਹੋਇਆ। ਤਾਂ ਉਹ 19 ਕਿਉਂ ਆ ਰਿਹਾ, ਕੋਵਿਡ-19 ਕਿਉਂ ਆ ਰਿਹਾ, ਇਹਦਾ ਰੀਜ਼ਨ ਪਤਾ ਹੋਣਾ ਜ਼ਰੂਰੀ ਹੈ। ਸੋ ਇਸ ਰੀਜ਼ਨ ਨੂੰ ਜਾਣਨ ਲਈ ਆਪਾਂ ਦੇਖਦੇ ਹਾਂ। ਦੇਖੋ, ਕਹਿੰਦੇ ਔਨ December 31, 2019 ਵਰਲਡ ਹੈਲਥ ਆਰਗੇਨਾਈਜੇਸ਼ਨ, ਕਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਰੀਜਨਲ ਆਫਿਸ ਇਨ ਚਾਈਨਾ was informed of cases of pneumonia of unknown cause detected in ਵੂਹਾਨ ਸਿਟੀ। ਸੋ ਕੁਝ ਕੇਸਿਸ ਨਿਕਲੇ ਨਿਮੋਨੀਆ ਦੇ। ਸੋ ਉਹ ਕੇਸਿਸ ਸਾਨੂੰ ਵੂਹਾਨ ਸਿਟੀ 'ਚ ਦੇਖਣ ਨੂੰ ਮਿਲੇ। ਚਾਈਨਾ ਦੇ ਅੰਦਰ ਜਿਹੜਾ ਵੂਹਾਨ ਸਿਟੀ ਹੈ ਉਸਦੇ ਅੰਦਰ ਸਾਨੂੰ ਐਸੇ ਕੇਸਿਸ ਦੇਖਣ ਨੂੰ ਮਿਲੇ। ਡਨ। ਤਾਂ ਇਸ ਕੇਸਿਸ ਦੀ ਜਦੋਂ ਆਪਾਂ ਨੇ ਇਹਨਾਂ ਨੂੰ ਐਨਾਲਾਈਜ਼ ਕੀਤਾ, ਦੇਖਣ ਦੀ ਕੋਸ਼ਿਸ਼ ਕੀਤੀ, ਪਤਾ ਲਗਾਇਆ, ਤਾਂ ਇਹ ਪਤਾ ਲੱਗਿਆ ਕਿ ਜਿਹੜਾ ਇਹ ਇੱਕ ਤਰ੍ਹਾਂ ਦਾ ਨਿਊ ਵਾਇਰਸ ਹੈ। ਡਨ। ਜਿਹੜਾ ਨਿਊ ਵਾਇਰਸ ਹੈ ਡੈਟ ਕੋਜ਼ ਦਿਸ ਕੇਸਿਸ। ਸੋ ਇਸੇ ਕਰਕੇ ਹੀ ਕੇਸਿਸ ਵੱਧਦੇ ਜਾ ਰਹੇ ਸੀ ਉੱਥੇ। ਸਭ ਤੋਂ ਪਹਿਲੇ ਸਾਨੂੰ ਵੂਹਾਨ ਸਿਟੀ 'ਚ ਦੇਖਣ ਨੂੰ ਮਿਲਿਆ। ਵੂਹਾਨ ਸਿਟੀ 'ਚ ਕਦੋਂ ਦੇਖਣ ਨੂੰ ਮਿਲਿਆ? December 31 ਨੂੰ। ਡਨ। ਤਾਂ December 31 2019 ਦੀ ਸੀ, ਤਾਂ ਇਸੇ ਕਰਕੇ ਉਰੇ ਆਪਾਂ ਇਸ ਨੂੰ ਕੋਵਿਡ-19 ਕਹਿੰਦੇ ਹਾਂ। ਡਨ। ਓਕੇ, ਤੁਸੀਂ ਸੋਚੋਗੇ ਯਾਰ ਇਹ ਤਾਂ ਇੰਨੀ ਕੀ ਇੰਪੋਰਟੈਂਸ ਧਰੇਗਾ, ਮਗਰ ਇਹ ਰਿਕਾਰਡਸ ਹੈ, ਇਹ ਇੱਕ ਰਿਕਾਰਡਸ ਮੰਨੇ ਜਾਂਦੇ ਆ। ਜਿਵੇਂ ਉਸ ਤੋਂ ਪਹਿਲੇ ਵੀ ਕੁਝ ਕੇਸਿਸ ਆਏ ਸੀ, ਜਿਵੇਂ ਸਾਰਸ ਕੋਵਿਡ ਦੇ, ਠੀਕ ਹੈ, MERS ਦੇ ਵੀ ਕੋਈ ਕੇਸਿਸ ਆਏ ਸੀ ਸਾਹਮਣੇ। ਤਾਂ ਉਸ ਵਕਤ ਜਿਹੜੇ ਕੇਸਿਸ ਸੀ ਉਹਨਾਂ ਦੇ ਈਅਰ ਜਾਣਨੇ ਬਹੁਤ ਜ਼ਰੂਰੀ ਹੁੰਦੇ ਹੈ, ਕਿਉਂਕਿ ਦੇਖੋ ਕੋਈ ਵੀ ਜਿਹੜਾ ਕੀ ਨਾਮ ਹੈ ਵਾਇਰਸ ਹੈ ਨਾ, ਜਦੋਂ ਆਪਾਂ ਨੂੰ ਉਸਦੀ ਹਿਸਟਰੀ ਜਾਣਨੀ ਹੋਵੇ ਜਾਂ ਉਹ ਕਿਸ ਨਾਲ ਲਿੰਕ ਕਰਦਾ ਹੈ, ਤਾਂ ਉਹਦੇ ਸਾਰੇ ਰਿਕਾਰਡ ਸਾਨੂੰ ਸੰਭਾਲ ਕੇ ਰੱਖਣੇ ਹੀ ਪੈਂਦੇ ਹੈ। ਦੈਨ ਇਸੇ ਕਰਕੇ ਉਹਦੇ ਨਾਮ ਕੋਵਿਡ-19 ਦਿੱਤਾ ਗਿਆ ਹੈ। ਚਲੋ ਪਤਾ ਕਰਦੇ ਹਾਂ ਕਿ ਵਟ ਆਰ ਦੀ ਕਰੋਨਾ ਵਾਇਰਸ। ਕਿਹਨੂੰ ਕਹਿੰਦੇ ਆਪਾਂ ਕਰੋਨਾ ਵਾਇਰਸ? ਕਰੋਨਾ ਵਾਇਰਸ ਕਹਿੰਦੇ ਹੁੰਦਾ ਕੀ ਆ, ਲਾਰਜ ਫੈਮਿਲੀ ਆਫ ਵਾਇਰਸਿਸ ਹੈ ਡੈਟ ਕੋਜ਼ ਦੀ ਇਲਨੈਸ ਰੇਂਜਿੰਗ ਫਰੋਮ ਦੀ ਕਾਮਨ ਕੋਲਡ ਟੂ ਮੋਰ ਸੀਵੀਅਰ ਡਿਸੀਜ਼ਿਸ ਸੱਚ ਐਸ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ, ਜਿਹੜਾ ਇੱਕ ਮਾਸਕੋਵ ਹੋ ਸਕਦਾ ਹੈ, ਠੀਕ ਹੈ, ਉਹਦਾ ਸੀਵੀਅਰ ਐਕਰੂਟ ਰੈਸਪੀਰੇਟਰੀ ਸਿੰਡਰੋਮ ਸਾਰਸ-ਕੋਵ ਹੋ ਸਕਦਾ ਹੈ, ਠੀਕ ਹੈ ਫਰੈਂਡਸ। ਸੋ ਇਸ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ। ਕਹਿੰਦੇ ਵਟ ਆਰ ਦੀ ਸਪੀਸੀਜ਼ ਆਫ ਕੋਰੋਨਾ ਵਾਇਰਸ ਡੈਟ ਹੈਵ ਬੀਨ ਡਿਸਕਵਰਡ ਸੋ ਫਾਰ ਐਂਡ ਡੈਟ ਹਿਊਮਨਸ ਕੈਨ ਬੀ ਇਫੈਕਟਡ ਵਿਦ ਇਨ ਐਨੀਮਲ ਸੋਰਸ। ਸੋ ਇਹ ਜੇ ਪੁੱਛ ਰਹੇ ਨੇ, ਕਹਿੰਦੇ ਕਿਹੜੀ ਸਪੀਸੀਜ਼ ਨਾਲ ਸਾਨੂੰ ਪਤਾ ਲੱਗਿਆ ਕਿ ਜੋ ਉਹਨਾਂ ਦੁਆਰਾ ਟਰਾਂਸਫੋਰਮਡ ਹੋਏ ਨੇ ਹਿਊਮਨ ਵਿੱਚ, ਠੀਕ ਹੈ ਨਾ। ਐਸੀ ਸਪੀਸੀਜ਼ ਦਾ ਨਾਮ ਦੱਸੋ। ਤਾਂ ਸਭ ਤੋਂ ਪਹਿਲੇ ਸਾਨੂੰ ਜੇ ਆਪਾਂ ਸਾਰਸ-ਕੋਵ ਦੀ ਗੱਲ ਕਰੀਏ, ਜਿਹੜਾ ਸੀਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਹੈ, ਉਹ ਕਿੱਥੋਂ ਟਰਾਂਸਮਿਟਡ ਹੋਇਆ? ਫਰੋਮ ਸੀਵਡ ਕੈਟਸ ਤੋਂ ਟੂ ਹਿਊਮਨਸ। ਕਦੋਂ ਪਤਾ ਲੱਗਿਆ ਸੀ ਸਾਨੂੰ? 2002 ਵਿੱਚ, ਠੀਕ ਹੈ। ਤਾਂ ਐਂਡ ਦੀ ਜਿਹੜਾ ਆਪਣਾ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਹੈ, ਉਹ ਕਿਵੇਂ ਹੋਇਆ? ਕਹਿੰਦੇ ਡਰੋਮੇਡਰੀ ਕੈਮਸ ਤੋਂ ਹੋਇਆ। ਡਰੋਮੇਡਰੀ ਕੈਮਸ ਤੋਂ ਹਿਊਮਨ ਵਿੱਚ ਆਇਆ 2012 ਵਿੱਚ, ਠੀਕ ਹੈ ਫਰੈਂਡਸ। ਇਹ ਕਿੱਥੇ ਹੋਇਆ? ਇਹ ਸਾਊਥ ਅਰੇਬੀਆ ਵਿੱਚ ਹੋਇਆ। ਸੋ ਜਿਹੜਾ ਨੋਵਲ ਕੋਰੋਨਾ ਵਾਇਰਸ ਹੈ ਉਹ ਵੀ ਇਸੇ ਤਰ੍ਹਾਂ ਲਿੰਕ ਕੀਤਾ ਜਾ ਰਿਹਾ। ਕਹਿੰਦੇ ਹੈਵ ਹੈਡ ਸਮ ਲਿੰਕ ਟੂ ਦਾ ਸੀ ਫੂਡ ਐਂਡ ਦਾ ਐਨੀਮਲ ਮਾਰਕੀਟ ਇਨ ਦਾ ਵੂਹਾਨ ਚਾਈਨਾ। ਜਿਹੜੀ ਉੱਥੇ ਜ਼ੂਨੈਟਿਕ, ਤੁਸੀਂ ਸੁਣਿਆ ਹੋਣਾ ਨਾ, ਜ਼ੂਨੈਟਿਕ ਜਿਹੜੇ ਪ੍ਰੋਗਰਾਮਸ ਹੁੰਦੇ ਆ, ਜ਼ੂਨੈਟਿਕ ਜਿਹੜੇ ਮਤਲਬ ਕਿ ਐਨੀਮਲਸ ਨੂੰ ਮਤਲਬ ਕਿ ਦਾ ਉਹ ਕੀਤਾ ਜਾਂਦਾ, ਐਨੀਮਲਸ ਦੀ ਟ੍ਰੇਡਿੰਗ ਕੀਤੀ ਜਾਂਦੀ ਹੈ ਫੂਡ ਲਈ, ਹੋਰ ਵੀ ਚੀਜ਼ਾਂ ਲਈ। ਅਤੇ ਇੱਕ ਐਨੀਮਲ ਮਾਰਕੀਟ ਹੈ ਜਾਂ ਸੀ ਫੂਡ ਦੀ ਜਿਹੜੀ ਮਾਰਕੀਟ ਹੈ, ਉਸ ਕਰਕੇ ਉਹਦਾ ਲਿੰਕ ਕੀਤਾ ਗਿਆ ਕਿ ਇਹਨਾਂ ਉਰੇ ਜਿਹੜੇ ਪ੍ਰੋਸੈਸ ਕੰਮ ਹੋਏ ਨੇ, ਜਿਹੜੇ ਟ੍ਰੇਡਿੰਗ ਹੋਈ ਹੈ ਕਿਸੇ ਵੀ ਐਨੀਮਲ ਦੀ ਜਾਂ ਕਿਸੇ ਵੀ ਚੀਜ਼ ਦੇ ਉੱਪਰ, ਕੁਛ ਵੀ ਕੀਤਾ, ਉਸ ਵਿੱਚੋਂ ਕਿਸੇ ਐਨੀਮਲ ਦੇ ਉੱਪਰ ਇਹ ਵਾਇਰਸ ਸੀ, ਠੀਕ ਹੈ। ਉਸ ਵਾਇਰਸ ਤੋਂ ਪੂਰੇ ਚਾਈਨਾ ਦੇ ਵੂਹਾਨ ਸਿਟੀ 'ਚ ਫੈਲਿਆ, ਵੂਹਾਨ ਤੋਂ ਪੂਰੇ ਚਾਈਨਾ 'ਚ ਫੈਲਿਆ, ਚਾਈਨਾ ਤੋਂ ਅੱਜ ਪੂਰੇ ਦੇਸ਼ 'ਚ ਫੈਲ ਗਿਆ, ਵਰਲਡ 'ਚ ਫੈਲ ਗਿਆ। ਡਨ। ਸੋ ਕਹਿੰਦੇ ਵਟ ਇਜ਼ ਦਾ ਕੋਵਿਡ-19? ਕੋਵਿਡ-19 ਹੁੰਦਾ ਹੈ ਕੀ ਹੈ ਜੀ ਐਕਚੁਅਲ 'ਚ ਕਰੀਏ? ਕਹਿੰਦੇ ਕੋਈ ਨਿਊ ਕੋਰੋਨਾ ਵਾਇਰਸ ਹੈ। ਕੋਰੋਨਾ ਵਾਇਰਸ ਕਹਿ ਲਓ, ਕਰੋਨਾ ਵਾਇਰਸ ਕਹਿ ਲਓ। ਕਰੋਨਾ ਵਾਇਰਸ ਹੈ ਜੋ ਚਾਈਨੀਜ਼ ਸਿਟੀ ਸਾਨੂੰ ਮਿਲਿਆ ਸੀ, ਠੀਕ ਹੈ। ਇਹ ਤਾਂ ਮੈਂ ਦੱਸ ਹੀ ਚੁੱਕਾ, ਇਨ ਦਾ ਫਾਰਮ ਆਫ ਐਕਿਊਟ ਨਿਮੋਨੀਆ। ਕਹਿੰਦੇ ਹਾਊ ਦਾ ਵਾਇਰਸ ਆਈਡੈਂਟੀਫਾਈਡ? ਦਾ ਵਾਇਰਸ ਆਈਡੈਂਟੀਫਾਈਡ ਥਰੂ ਜੈਨੇਟਿਕ ਸੀਕੁਐਂਸਿਸ। ਅਤੇ ਇਸ ਦਾ ਓਰੀਜਨ ਆਫ ਵਾਇਰਸ ਕਿੱਥੋਂ ਹੋਇਆ? ਕਹਿੰਦੇ ਇਟ ਇਜ਼ ਬਿਲੀਵ ਡੈਟ ਕੋਵਿਡ-19 originated in animals and most cases appeared in the seafood and animal market in ਵੂਹਾਨ, ਜੋ ਤੁਹਾਨੂੰ ਮੈਂ ਉੱਪਰ ਦੱਸ ਹੀ ਚੁੱਕਾ। ਕਹਿੰਦੇ
ਕੈਨ ਦਾ ਵਾਇਰਸ ਸਪਰੈਡ ਫਰੋਮ ਪਰਸਨ ਟੂ ਪਰਸਨ, क्या ਵਾਇਰਸ ਸਪਰੈਡ ਹੋ ਸਕਦਾ ਪਰਸਨ ਟੂ ਪਰਸਨ? ਉਹ ਕਹਿੰਦੇ ਯੈਸ, ਤਾਂ ਹੀ ਤਾਂ ਆਪਾਂ ਨੂੰ ਲੋਕਡਾਊਨ ਦੀ ਝੇਲਣਾ ਪੈ ਰਿਹਾ। ਸੋ ਦਾ ਵਾਇਰਸ ਕੈਨ ਸਪਰੈਡ ਫਰੋਮ ਦੀ ਇਨਫੈਕਟਿਡ ਪਰਸਨ ਟੂ ਅਨਦਰ ਪਰਸਨ ਥਰੂ ਕਲੋਜ਼ ਕੰਟੈਕਟ ਵਿਦਾਊਟ ਪ੍ਰੋਟੈਕਸ਼ਨ। ਸੋ ਆਈ ਜਸਟ ਕੇਮ ਫਰੋਮ ਚਾਈਨਾ, ਇੱਕ ਸਟੇਟਮੈਂਟ ਪਾਈ ਇਹਨਾਂ ਨੇ, ਕਹਿੰਦੇ ਆਈ ਜਸਟ ਕੇਮ ਫਰੋਮ ਚਾਈਨਾ, ਹੈਵ ਹਾਈਂਗ ਟੈਂਪਰੇਚਰ ਐਂਡ ਸ਼ੋਰਟਨੈਸ ਆਫ ਬਰੀਥ, ਵਟ ਸ਼ੈਲ ਆਈ ਡੂ? ਸਾਨੂੰ ਕੀ ਕਰਨਾ ਚਾਹੀਦਾ? ਉਹ ਕਹਿੰਦੇ ਨੀਅਰੈਸਟ ਹੈਲਥ ਫੈਸਿਲਿਟੀ ਕੋਲ ਜਾਓ, ਮਤਲਬ ਕਿਸੇ ਵੀ ਹੈਲਥ ਮਤਲਬ ਕਲੀਨਿਕ 'ਚ ਜਾਓ, ਅਤੇ ਜੇ ਤੁਹਾਨੂੰ ਕੋਈ ਉੱਥੇ ਜਾ ਕੇ ਤੁਸੀਂ ਆਪਣੀ ਬਾਰੇ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਮੈਨੂੰ ਹਾਈ ਟੈਂਪਰੇਚਰ ਹੈ ਅਤੇ ਮੇਰੀ ਬਰੀਥ ਘੱਟ ਰਹੀ ਹੈ, ਮੇਰੀ ਸ਼ੋਰਟਨੈਸ ਹੋ ਰਹੀ ਹੈ ਬਰੀਥ ਦੀ, ਅਤੇ ਜੇ ਬਾਈ ਚਾਂਸ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ 937 ਸਰਵਿਸ ਕਾਲ 'ਤੇ ਫੋਨ ਕਰ ਸਕਦੇ ਹੋ। ਦੈਨ ਕਹਿੰਦੇ ਕੈਨ ਦਾ COVID-19 ਸਪਰੈਡ ਥਰੂ ਸ਼ਿਪਮੈਂਟਸ ਕਮਿੰਗ ਫਰੋਮ ਚਾਈਨਾ? ਕਹਿੰਦੇ ਜਿਹੜਾ ਇਹ ਵਾਇਰਸ ਹੈ ਸ਼ਿਪਮੈਂਟਸ ਦੁਆਰਾ ਆ ਸਕਦਾ ਜੋ ਚਾਈਨਾ ਤੋਂ ਆ ਰਹੇ ਨੇ। ਕਹਿੰਦੇ ਅਕੋਰਡਿੰਗ ਟੂ ਅਵੇਲੇਬਲ ਇਨਫੋਰਮੇਸ਼ਨ ਦਾ ਗੁਡਸ ਇੰਪੋਰਟ ਫਰੋਮ ਚਾਈਨਾ ਪੋਜ਼ ਇਨ ਨੋ ਰਿਸਕ। ਕਹਿੰਦੇ ਜਿਹੜੇ ਵੀ ਗੁਡਸ ਸਾਡੇ ਚਾਈਨਾ ਤੋਂ ਆ ਰਹੇ ਨੇ ਉਹਦਾ ਕੋਈ ਰਿਸਕ ਨਹੀਂ ਹੈ। ਡਨ, ਜਿਵੇਂ ਟੈਸਟਿੰਗ ਦੇ ਜਿਹੜੇ ਕਿਟਸ ਆਈਆਂ ਸੀ ਉਹ ਵੀ ਤਾਂ ਆਈਆਂ ਸੀ ਨਾ ਚਾਈਨਾ ਤੋਂ, ਤਾਂ ਉਹਦਾ ਕੋਈ ਉਹਦਾ ਲੈਣਾ ਦੇਣਾ ਨਹੀਂ ਹੈ। ਕਹਿੰਦੇ ਇਹਦੇ ਸਿੰਪਟਮਸ ਕੀ ਹੈ? ਜੇ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ COVID-19 ਦੇ ਸਿੰਪਟਮਸ ਕੀ ਹੈ? ਫੀਵਰ ਹੈ, ਕਫ ਹੈ, ਸ਼ੋਰਟਨੈਸ ਹੈ ਆਫ ਬਰੀਥ, ਸਮਟਾਈਮਸ ਡਿਵੈਲਪ ਇਨਟੂ ਨਿਮੋਨੀਆ, ਇਟ ਮੇ ਕੋਜ਼ ਦੀ ਸਵਰਡ ਕੰਪਲੀਕੇਸ਼ਨਸ ਇਨ ਦੀ ਪਰਸਨ ਵਿਦ ਇਮਿਊਨੋਡੈਫੀਸ਼ੀਐਂਸੀ। ਦਾ ਐਡਲਰੀ ਪਰਸਨ ਜਿਹੜੇ ਹੁੰਦੇ ਹੈ ਜੋ ਕੋਈ ਕਰੋਨਿਕ ਡਿਸੀਜ਼ਸ ਨਾਲ ਹੈ, ਜਿਵੇਂ ਕੈਂਸਰ, ਡਾਇਬਟੀਜ਼, ਲੰਗ ਡਿਸੀਜ਼, ਉਹਨਾਂ ਤੋਂ ਜਲਦੀ ਫੜਦਾ ਹੈ ਕਰੋਨਾ। ਡਨ, ਕਹਿੰਦੇ ਇਫ ਯੂ ਐਨੀ ਆਫ ਦਿਸ ਸਿੰਪਟਮ, ਜੇ ਤੁਹਾਨੂੰ ਇਹਨਾਂ 'ਚ ਕੋਈ ਵੀ ਐਸੇ ਸਿੰਪਟਮਸ ਹੈ ਤੁਹਾਨੂੰ ਨਾਲ ਦੀ ਨਾਲ 937 ਸਰਵਿਸ ਸੈਂਟਰ 'ਤੇ ਫੋਨ ਕਰਨਾ ਚਾਹੀਦਾ ਹੈ। ਕਹਿੰਦੇ ਕੀ ਐਕਸ਼ਨ ਫੋਰ COVID-19 ਪ੍ਰੀਵੈਂਸ਼ਨ? ਕਹਿੰਦੇ ਪਰਸਨਲ ਹਾਈਜੀਨਿਕ। ਡਨ, ਪ੍ਰੈਕਟਿਸ ਸੇਵ ਸਨੀਜ਼ਿੰਗ ਐਂਡ ਕਫਿੰਗ ਇਟੀਕਿਊਟ, ਠੀਕ ਹੈ। ਅਵੋਇਡ ਦੀ ਕਲੋਜ਼ ਕੰਟੈਕਟ ਵਿਦ ਐਨੀਵਨ who has the common cold or flu symptoms. Avoid the unsafe handling animals whether they are wild or on the farm, ਠੀਕ ਹੈ। ਹੁਣ ਕਹਿੰਦੇ ਜੇ ਸਨੀਜ਼ਿੰਗ ਵਕਤ ਸਾਨੂੰ ਕਿਵੇਂ ਆਪਣਾ ਧਿਆਨ ਰੱਖਣਾ ਚਾਹੀਦਾ? ਕਹਿੰਦੇ ਯੂਸਿੰਗ ਦੀ ਟਿਸ਼ੂਜ਼ ਫॉर ਸਨੀਜ਼ਿੰਗ ਔਰ ਕਫਿੰਗ ਐਂਡ ਡਿਸਪੋਜ਼ ਦੈਮ ਇਨਟੂ ਇਮੀਡੀਏਟਲੀ, ਮਤਲਬ ਉਸਨੂੰ ਡਸਟਬਿਨ 'ਚ ਪਾ ਦੇਣਾ ਚਾਹੀਦਾ ਜਾਂ ਉਹਨੂੰ ਡਿਸਪੋਜ਼ ਕਰ ਦੇਣਾ ਚਾਹੀਦਾ ਜਲਦੀ ਤੋਂ ਜਲਦੀ। ਫਿਰ ਉਸ ਤੋਂ ਬਾਅਦ ਵਾਸ਼ ਯੂਰ ਹੈਂਡਸ ਵਿਦ ਵਾਰਮ ਵਾਟਰ ਐਂਡ ਸੋਪ, ਠੀਕ ਹੈ। ਕਹਿੰਦੇ ਬੈਂਡ ਯੂਰ ਆਰਮ ਐਂਡ ਸਨੀਜ਼ ਇਨਟੂ ਯੂਰ ਐਲਬੋ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਹਿੰਦੇ ਟਿਪਸ ਫੋਰ ਟਰੈਵਲਰਸ ਲਈ ਕੀ ਟਿਪਸ ਹੈ? ਕਹਿੰਦੇ ਅਵੋਇਡ ਦੀ ਅਪਰੋਚਿੰਗ ਪੀਪਲ ਹੈਵ ਸਾਈਨਸ ਆਫ ਕੋਲਡ, ਫਲੂ ਐਂਡ ਕਫ, ਵਾਸ਼ ਯੂਰ ਹੈਂਡ ਫ੍ਰੀਕੁਐਂਟਲੀ, ਅਵੋਇਡ ਟਚਿੰਗ ਯੂਰ ਆਈਜ਼, ਨੋਜ਼, ਮਾਊਥ ਬਿਫੋਰ ਵਾਸ਼ਿੰਗ ਹੈਂਡਸ, ਅਵੋਇਡ ਡੀਲਿੰਗ ਵਿਦ ਦੀ ਵਾਈਲਡ ਐਨੀਮਲਸ ਔਰ ਇਨ ਫਾਰਮਸ। ਕਹਿੰਦੇ ਵੈਨ ਫੀਲਿੰਗ ਟਾਇਰਡ ਵਿਜ਼ਿਟ ਦੀ ਨੀਅਰੈਸਟ ਹੈਲਥ ਫੈਸਿਲਿਟੀ ਟੂ ਚੈੱਕ ਯੂਰ ਹੈਲਥ ਸਟੇਟਸ। ਮਤਲਬ ਕਿ ਜੇ ਬਾਈ ਚਾਂਸ ਤੁਹਾਨੂੰ ਇੰਨਾ ਜਿਹੜੇ ਮੈਂ ਤੁਹਾਨੂੰ ਸਿੰਪਟਮ ਦੱਸੇ ਉਹਨਾਂ ਵਿੱਚੋਂ ਤੁਹਾਨੂੰ ਭਾਵੇਂ ਥੋੜ੍ਹਾ ਜਿਹਾ ਵੀ ਲੱਗਦਾ ਨਾ, ਤੁਸੀਂ ਜ਼ਰੂਰ ਮਤਲਬ ਦਿਖਾਉਣਾ ਜ਼ਰੂਰ ਹੈ, ਕਿਉਂਕਿ ਸਿਹਤ ਤੁਹਾਡੀ ਹੈ, ਜਾਨ ਤੁਹਾਡੀ ਹੈ ਅਤੇ ਜੀਣਾ ਤੁਹਾਨੇ ਹੈ। ਡਨ, ਫੈਮਿਲੀ ਵੀ ਸਫਰ ਕਰੇ ਕੀ ਕਰੇ, ਉਸ ਤੋਂ ਪਹਿਲੇ ਵੀ ਤੁਹਾਡੇ ਆਪਣੇ ਕੁਝ ਕਮਿਟਮੈਂਟਸ ਹੁੰਦੇ ਹੈ, ਤਾਂ ਤੁਹਾਨੂੰ ਆਪਣਾ ਧਿਆਨ ਰੱਖਣਾ ਹੀ ਚਾਹੀਦਾ। ਉਸ ਤੋਂ ਬਾਅਦ ਆਪਣਾ ਹੁਣ ਸੈਕਿੰਡ ਟੌਪਿਕ ਹੈ ਡਾਊਨ ਸਿੰਡਰੋਮ, ਠੀਕ ਹੈ। ਹੁਣ ਡਾਊਨ ਸਿੰਡਰੋਮ ਬਾਰੇ ਦੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਹੈ ਕੀ ਹੈ। ਪਹਿਲੇ ਇੱਕ ਵਾਰੀ ਓਵਰਵਿਊ ਦੇਖ ਲੈਂਦੇ ਹਾਂ, ਫਿਰ ਇਸ ਦੇ ਬਾਰੇ ਆਪਾਂ ਡਿਟੇਲ 'ਚ ਦੇਖਾਂਗੇ। ਕਹਿੰਦੇ ਡਾਊਨ ਸਿੰਡਰੋਮ ਇਜ਼ ਅ ਕੰਜੈਨਿਟਲ ਡਿਸਆਰਡਰ ਹੈ ਕੋਜ਼ਡ ਵੈਨ ਅਬਨੋਰਮਲ ਸੈੱਲ ਡਿਵੀਜ਼ਨ ਹੋ ਜਾਂਦੇ ਆ, ਕਿ ਆਪਣੇ ਅੰਦਰ ਜਿਹੜੇ ਸੈੱਲ ਦੇ ਪੇਅਰਸ ਹੁੰਦੇ ਆ ਨਾ, ਕੁਛ ਡਿਜਿਟਸ ਦੇ ਪੇਅਰਸ ਹੁੰਦੇ ਆ, ਮੈਂ ਤੁਹਾਨੂੰ ਅੱਗੇ ਦੱਸਾਂਗਾ। ਉਹ ਉਹਨਾਂ ਦਾ ਜਿਹੜਾ ਡਿਵੀਜ਼ਨ ਹੈ ਨਾ ਉਹ ਸਹੀ ਤਰੀਕੇ ਨਾਲ ਨਹੀਂ ਹੋਇਆ ਹੁੰਦਾ, ਮਤਲਬ ਕਿ ਅਬਨੋਰਮਲ ਡਿਵੀਜ਼ਨ ਹੋ ਜਾਂਦਾ। ਮਤਲਬ ਕਿ ਜੋ ਇੱਕ ਪੇਅਰ ਹੋਣਾ ਚਾਹੀਦਾ ਸਹੀ ਤਰੀਕੇ ਨਾਲ, ਉਸ ਤੋਂ ਮਤਲਬ ਕਿ ਉਸਦਾ ਬੈਲੈਂਸ ਹਿੱਲ ਜਾਂਦਾ ਹੈ। ਡਨ, ਸੋ ਜੇ ਆਪਾਂ ਇਸ ਦੀ ਗੱਲ ਕਰੀਏ ਤਾਂ ਕੁਝ ਇਸ ਤਰ੍ਹਾਂ ਨਿਕਲ ਕੇ ਸਾਹਮਣੇ ਆਉਂਦਾ, ਕਹਿੰਦੇ ਰਿਜ਼ਲਟ ਇਨ ਦਾ ਐਕਸਟਰਾ ਫੁੱਲ ਔਰ ਪਾਰਸ਼ੀਅਲ ਕਾਪੀ ਆਫ ਦੀ ਕ੍ਰੋਮੋਸੋਮਸ 21। ਸੋ ਡਾਊਨ ਸਿੰਡਰੋਮ ਕੋਸਿਸ ਦੀ ਫਿਜ਼ੀਕਲ ਐਂਡ ਮੈਂਟਲ ਹੈਲਥ ਟੂ ਬੀ ਰਿਟਾਰਡਿਡ। ਡਨ, ਇਸ ਤਰ੍ਹਾਂ ਦੀ ਬਿਮਾਰੀਆਂ ਨਿਕਲ ਕੇ ਸਾਹਮਣੇ ਆ ਸਕਦੀਆਂ। ਕਹਿੰਦੇ ਦਾ ਫਿਜ਼ੀਕਲ ਫੀਚਰਸ ਐਂਡ ਮੈਡੀਕਲ ਕੰਡੀਸ਼ਨ ਐਸੋਸੀਏਟਿਡ ਵਿਦ ਦੀ ਡਾਊਨ ਸਿੰਡਰੋਮ ਵੈਰੀ ਫਰੋਮ ਚਾਈਲਡ ਟੂ ਅਨਦਰ। ਕਹਿੰਦੇ ਜੋ ਫਿਜ਼ੀਕਲ ਫੀਚਰਸ ਹੁੰਦੇ ਹੈ, ਜੋ ਮੈਡੀਕਲ ਕੰਡੀਸ਼ਨਸ ਹੁੰਦੀ ਉਹ ਵੈਰੀ ਕਰਦੀਆਂ। ਡਨ, ਮਤਲਬ ਕਿ ਪਰਸਨ ਟੂ ਪਰਸਨ ਵੈਰੀ ਕਰਦੀਆਂ ਕਿ ਉਹਦੀ ਫਿਜ਼ੀਕਲ ਫੀਚਰਸ ਕੀ ਹੋਣਗੇ, ਉਹਦੇ ਮੈਡੀਕਲ ਕੰਡੀਸ਼ਨਸ ਆਪਾਂ ਜੇ ਉਹਨਾਂ ਦੀ ਟਰੀਟਮੈਂਟ ਵੀ ਹੈ ਨਾ ਜਿਹੜੀ ਉਹ ਵੀ ਵੈਰੀ ਕਰੇਗੀ। ਇਹਦੇ ਜਿਹੜੇ ਸਿੰਪਟਮਸ ਨਿਕਲ ਕੇ ਆਉਂਦੇ ਉਹ ਵੀ ਵੈਰੀ ਕਰਦੇ ਆ। ਕਹਿੰਦੇ ਟੂ ਡੇਟ ਦੇਰ ਇਜ਼ ਅ ਨੋ ਐਵੀਡੈਂਸ ਡੈਟ ਸਰਟੇਨ ਬਿਹੇਵੀਅਰ ਔਰ ਐਨਵਾਇਰਮੈਂਟਲ ਫੈਕਟਰਸ ਕੈਨ ਟ੍ਰਿਗਰ ਦੀ ਸਿੰਡਰੋਮ। ਕਹਿੰਦੇ ਹਾਲੇ ਤਾਂ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਿਆ ਜਿਸ ਦੁਆਰਾ ਪਤਾ ਲਗਾਇਆ ਜਾ ਸਕੇ ਕਿਸ ਤਰ੍ਹਾਂ ਹੋ ਰਿਹਾ ਸਿੰਡਰੋਮ, ਜਿਹੜੀ ਬਿਮਾਰੀ ਹੈ ਕਿਸ ਤਰ੍ਹਾਂ ਹੋ ਰਹੀ ਹੈ। ਮੈਨੂੰ ਇਸ ਤਰ੍ਹਾਂ ਦੇ ਫੈਕਟਰ ਸਾਨੂੰ ਨਹੀਂ ਮਿਲ ਰਹੇ। ਕਹਿੰਦੇ ਚਿਲਡਰਨ ਵਿਦ ਦੀ ਡਾਊਨ ਸਿੰਡਰੋਮ ਨੀਡ ਟੂ ਸੀ ਅ ਡਾਕਟਰ ਐਵਰੀ ਨਾਓ ਐਂਡ ਦੈਨ। ਡਨ, ਡਾਊਨ ਸਿੰਡਰੋਮ ਕੈਨ ਨਾਟ ਬੀ ਪ੍ਰੀਵੈਂਟਿਡ ਬਟ ਕੈਨ ਬੀ ਡਿਟੈਕਟਿਡ ਬਿਫੋਰ ਡਿਲੀਵਰੀ ਡਿਊਰਿੰਗ ਦ ਪ੍ਰੈਗਨੈਂਸੀ। ਕਹਿੰਦੇ ਇਹਨੂੰ ਪ੍ਰੀਵੈਂਟ ਤਾਂ ਨਹੀਂ ਕੀਤਾ ਜਾ ਸਕਦਾ, ਮਗਰ ਇਹਨੂੰ ਡਿਟੈਕਟ ਜ਼ਰੂਰ ਕੀਤਾ ਜਾ ਸਕਦਾ ਹੈ। ਕਦੋਂ? ਬਿਫੋਰ ਡਿਲੀਵਰੀ ਤੋਂ। ਇਹ ਹਮੇਸ਼ਾ ਧਿਆਨ ਰੱਖਣ ਦੀ ਲੋੜ ਹੈ। ਹੁਣ ਆਪਾਂ ਡੈਫੀਨੇਸ਼ਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਡਾਊਨ ਸਿੰਡਰੋਮ ਹੈ ਕੀ ਹੈ। ਕਹਿੰਦੇ ਡਾਊਨ ਸਿੰਡਰੋਮ ਇਜ਼ ਅ
congenital known medical condition caused by abnormal chromosome increases। ਕਹਿੰਦੇ ਜਿਹੜੇ abnormal ਜਿਹੜੇ ਸਾਡੇ chromosome ਹੁੰਦੇ ਆ ਜਦੋਂ ਇਨਕਰੀਜ਼ ਕਰ ਜਾਂਦੇ ਆ ਉਸ ਕਰਕੇ ਇੱਕ ਬਿਮਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ। ਤਾਂ ਇਸ ਤਰ੍ਹਾਂ ਇੰਟੈਲੈਕਚੁਅਲ ਡਿਸੇਬਿਲਿਟੀ ਹੋ ਜਾਂਦੀ ਹੈ। ਕਹਿੰਦੇ ਹੈਜ਼ ਵੈਲ ਐਸ ਡਿਲੇਸ ਇਨ ਦਾ ਫਿਜ਼ੀਕਲ ਗਰੋਥ ਘਟਣੀ ਮਤਲਬ ਰੁਕ ਜਾਂਦੀ ਹੈ। ਅਤੇ ਡਾਊਨ ਸਿੰਡਰੋਮ ਵੈਰਿਸ ਜੇ ਰੁਕ ਜਾਣ ਦਾ ਮਤਲਬ ਇਹ ਹੋ ਗਿਆ ਕਿ ਬਹੁਤ ਲੇਟ ਵੱਧ ਰਹੀ ਹੈ ਸਾਡੀ ਫਿਜ਼ੀਕਲ ਗਰੋਥ। Down syndrome vary in severity among individuals and there is no evidence that syndrome is attributable to certain behavior or environmental factors before or during pregnancy। ठीक है, ਇਹਦੇ ਕੁਝ ਅਦਰ ਨੇਮਸ ਵੀ ਹੈ, ਟਰਾਈਸੋਮੀ ਐਂਡ ਮੈਂਗੋਲਿਜ਼ਮ। ਦੈਨ ਇਸਦੇ ਕੁਝ ਹੋਰ ਨੇਮ ਵੀ ਹੈ। ਜੇ ਤੁਹਾਨੂੰ ਕਿਸੇ ਪੁੱਛ ਲਿਆ ਗਿਆ ਕਿ ਟਰਾਈਸੋਮੀ 21 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਤਾਂ ਡਾਊਨ ਸਿੰਡਰੋਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂਗੋਲਿਜ਼ਮ ਕਿਸ ਨਾਮ ਨਾਲ ਜਾਣਿਆ ਜਾਂਦਾ? ਡਾਊਨ ਸਿੰਡਰੋਮ ਨਾਮ ਦੇ ਨਾਮ ਨਾਲ ਜਾਣਿਆ ਜਾਂਦਾ। ਸੋ ਇਹਦੇ ਕੁਝ ਟਾਈਪਸ ਨੇ ਡਾਊਨ ਸਿੰਡਰੋਮ ਦੇ। ਜੇ ਮੈਂ ਤੁਹਾਨੂੰ ਦੱਸਾਂ, ਕਹਿੰਦੇ ਟਰਾਈਸੋਮੀ ਜਿਹੜਾ ਹੁੰਦਾ ਉਸ ਤੋਂ ਪਹਿਲੇ ਨਾ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ। ਜੋ ਤੁਹਾਨੂੰ ਉੱਪਰ ਪੜ੍ਹਾਇਆ ਨਾ ਕਿ ਇਹ ਸੈਲਸ ਦੀ ਗੱਲ ਚੱਲ ਰਹੀ, ਕ੍ਰੋਮੋਸੋਮ ਜਿਹੜੇ ਸੈਲਸ ਹੁੰਦੇ ਉਹ ਤੁਹਾਨੂੰ ਮੈਂ ਦੱਸਦਾ। ਥੋੜ੍ਹਾ ਹੋਰ ਡੈਪਥ 'ਚ ਚੱਲਦੇ ਹਾਂ ਆਪਾਂ, ਤਾਂ ਹੀ ਤੁਹਾਨੂੰ ਸਮਝ ਆਏਗਾ ਕਿ ਕ੍ਰੋਮੋਸੋਮਸ ਹੁੰਦੇ ਕੀ ਹੈ। ਕਹਿੰਦੇ ਜਿਹੜੇ ਹਿਊਮਨ ਸੈਲਸ ਹੁੰਦੇ ਆ ਨਾ ਉਹਨਾਂ 'ਚ 23 ਪੇਅਰਸ ਹੁੰਦੇ ਆ ਆਫ ਕ੍ਰੋਮੋਸੋਮਸ ਦੇ। ਕ੍ਰੋਮੋਸੋਮ ਕੀ ਸੈਲਸ ਦੇ। ਦੈਨ ਕਹਿੰਦੇ 1 ਕ੍ਰੋਮੋਸੋਮ ਕਿੱਦਾਂ ਹੁੰਦਾ ਆਪਣੇ ਫਾਦਰ ਦਾ, 1 ਕ੍ਰੋਮੋਸੋਮ ਕਿੱਦਾਂ ਹੁੰਦਾ ਮਦਰ ਦਾ। ਅਤੇ ਡਾਊਨ ਸਿੰਡਰੋਮ ਦਾ ਰਿਜ਼ਲਟ ਕੀ ਨਿਕਲ ਕੇ ਸਾਹਮਣੇ ਆਉਂਦਾ? ਡਾਊਨ ਸਿੰਡਰੋਮ ਦਾ ਜੇ ਆਪਾਂ ਇਹ ਨਾਮ ਲੈ ਰਹੇ ਹਾਂ ਤਾਂ ਉਹ ਇਹ ਇੱਕ ਰਿਜ਼ਲਟ ਹੈ ਕਿਸ ਚੀਜ਼ ਦਾ ਕਿ ਜਦੋਂ ਸਾਡੇ ਸੈੱਲ ਦੀ ਡਿਵੀਜ਼ਨ 21 ਤੇ ਪਹੁੰਚ ਜਾਂਦੀ, 23 ਦਾ ਪੇਅਰ ਹੁੰਦਾ 21 ਦੀ ਅੱਕਰ ਹੋ ਜਾਂਦੀ ਹੈ। ਠੀਕ ਹੈ, ਯਾਨੀ ਕਿ ਜਿਹੜਾ ਡਿਵੀਜ਼ਨ ਹੋਇਆ ਸਹੀ ਤਰੀਕੇ ਨਾਲ ਨਹੀਂ ਹੋਇਆ, ਅਬਨੋਰਮਲ ਹੋ ਗਿਆ। ਦੈਨ ਵੈਨ ਅਬਨੋਰਮਲ ਸੈੱਲ ਡਿਵੀਜ਼ਨ ਹੋ ਜਾਂਦਾ ਇਨਵੋਲਵਿੰਗ ਦੀ ਕ੍ਰੋਮੋਸੋਮਸ 21 ਅਕਰਸ। So these cell divisions abnormalities result in extra partial or full chromosomes 21. So this result in a wide range of varying mental and physical abnormalities. Done? ਹੁਣ ਉਸ ਤੋਂ ਬਾਅਦ ਕਹਿੰਦੇ ਹੁਣ ਟਾਈਪਸ ਦੇਖ ਲੈਂਦੇ ਹਾਂ। ਇੱਕ ਟਰਾਈਸੋਮੀ 21 ਹੁੰਦਾ, ਇੱਕ ਮੋਸੈਕ ਡਾਊਨ ਸਿੰਡਰੋਮ ਹੁੰਦਾ, ਉਸ ਤੋਂ ਬਾਅਦ ਟਰਾਂਸਲੋਕੇਸ਼ਨ ਡਾਊਨ ਸਿੰਡਰੋਮ ਹੁੰਦਾ। ਡਨ, ਇਹ ਅਲੱਗ-ਅਲੱਗ ਤਰ੍ਹਾਂ ਨਾਲ ਹੁੰਦੇ ਆ। ਜੇ ਆਪਾਂ ਟਰਾਈਸੋਮੀ 21 ਦੀ ਗੱਲ ਕਰੀਏ, ਕਹਿੰਦੇ ਅਬਾਊਟ 90% ਪੀਪਲ ਵਿਦ ਦੀ ਡਾਊਨ ਸਿੰਡਰੋਮ ਹੈਵ ਦੀ ਟਰਾਈਸੋਮੀ। 90% ਪੀਪਲ ਨੂੰ ਪਹਿਲੀ ਤਰ੍ਹਾਂ ਦੀ ਟਾਈਪ ਦੀ ਹੀ ਬਿਮਾਰੀ ਹੁੰਦੀ ਹੈ। ਦੈਨ ਇਸ ਵਿੱਚ ਕੀ ਹੁੰਦਾ ਕਿ ਕਹਿੰਦੇ ਈਚ ਸੈੱਲ ਇਨ ਦਾ ਬੋਡੀ ਹੈਜ਼ 3 ਸੈਪਰੇਟ ਕਾਪੀਜ਼ ਆਫ ਦੀ ਕ੍ਰੋਮੋਸੋਮ 21 ਇੰਸਟੈਡ ਆਫ ਦਾ ਯੂਜ਼ੁਅਲ 2 ਕਾਪੀਜ਼। ਯੂਜ਼ੁਅਲ 2 ਕਾਪੀਜ਼ ਹੁੰਦੀਆਂ, ਠੀਕ ਹੈ, ਕ੍ਰੋਮੋਸੋਮ 21 ਦੀਆਂ। ਬਟ ਇਸ ਵਿੱਚ ਕੀ ਹੋਣ ਲੱਗ ਜਾਂਦਾ 3 ਸੈਪਰੇਟ ਕਾਪੀਜ਼ ਬਣਨ ਲੱਗ ਜਾਂਦੀਆਂ। ਡਨ, ਉਸ ਤੋਂ ਬਾਅਦ ਜੇ ਮੋਸੈਕ ਡਾਊਨ ਸਿੰਡਰੋਮ ਦੀ ਗੱਲ ਕਰਾਂ, ਇਹ ਕਹਿੰਦੇ ਜ਼ਿਆਦਾਤਰ ਰੇਅਰ ਹੁੰਦੀ ਹੈ। ਜ਼ਿਆਦਾਤਰ ਮਤਲਬ ਕਿਸੇ ਵੀ ਪਰਸਨ 'ਚ ਦੇਖਣ ਨੂੰ ਨਹੀਂ ਮਿਲਦੀ, ਕਿਤੇ ਕਿਤੇ ਕੋਈ ਕੇਸ ਨਿਕਲ ਕੇ ਸਾਹਮਣੇ ਆਉਂਦਾ। ਡਨ, ਸੋ ਇਸ ਵਿੱਚ ਕਿਹਾ ਜਾਂਦਾ ਕਹਿੰਦੇ ਵੈਨ ਸਮ ਆਫ ਦੀ ਬੋਡੀ ਸੈਲਸ ਹੈਵ 3 ਕਾਪੀਜ਼ ਆਫ ਕ੍ਰੋਮੋਸੋਮ 21 ਬਟ ਅਦਰ ਸੈਲਸ ਹੈਵ ਦਾ ਟਿਪਿਕਲੀ 2 ਕਾਪੀਜ਼ ਆਫ ਦੀ ਕ੍ਰੋਮੋਸੋਮ 21 ਦਾ ਮੋਸੈਕ ਐਂਡ ਆਫ ਨੋਰਮਲ ਐਂਡ ਅਬਨੋਰਮਲ ਸੈਲ ਇਜ਼ ਕੋਜ਼ਡ ਬਾਈ ਅਬਨੋਰਮਲ ਸੈਲ ਡਿਵੀਜ਼ਨ। ਠੀਕ ਹੈ, ਕੁਛ ਜਿਹੜੇ ਕਾਪੀਜ਼ ਹੋ ਰਹੀਆਂ 2 ਕਾਪੀਜ਼ ਹੋ ਰਹੀਆਂ ਸੈਲ ਡਿਵੀਜ਼ਨ ਦੀਆਂ, ਮਤਲਬ ਸੈਲਸ ਜਿਹੜੇ ਬਣ ਰਹੇ ਨੇ। ਕੁਛ ਜਿਹੜੇ ਹੋ ਰਹੇ ਨੇ ਉਹ 3 ਕਾਪੀਜ਼ ਬਣ ਰਹੇ ਨੇ। ਇਸ ਤਰ੍ਹਾਂ ਦੀ ਜਿਹੜਾ ਇਹ ਕੰਮ ਹੋ ਰਿਹਾ ਹੈ, ਜਿਸ ਕਰਕੇ ਮਤਲਬ ਕਿ ਇਸ ਕਰਕੇ ਇਹ ਬਿਮਾਰੀ ਨਿਕਲ ਕੇ ਸਾਹਮਣੇ ਆਉਂਦੀ, ਜਿਸ ਨੂੰ ਆਪਾਂ ਮੋਸੈਕ ਡਾਊਨ ਸਿੰਡਰੋਮ ਦੇ ਨਾਮ ਨਾਲ ਜਾਣਿਆ ਜਾ ਰਿਹਾ। ਠੀਕ ਹੈ, ਉਹ ਇਹੀ ਕਹਿ ਰਹੇ ਨੇ, ਕਹਿੰਦੇ ਮੋਸੈਕ ਆਫ ਨੋਰਮਲ ਐਂਡ ਅਬਨੋਰਮਲ ਸੈਲਸ ਇਜ਼ ਕੋਜ਼ਡ ਬਾਈ ਅਬਨੋਰਮਲ ਸੈਲ ਡਿਵੀਜ਼ਨ ਆਫਟਰ ਫਰਟੀਲਾਈਜੇਸ਼ਨ। ਉਸ ਤੋਂ ਬਾਅਦ ਕਹਿੰਦੇ ਟਰਾਂਸਲੋਕੇਸ਼ਨ ਡਾਊਨ ਸਿੰਡਰੋਮ ਦਾ ਕੀ ਮਤਲਬ ਹੋਇਆ? ਕਹਿੰਦੇ ਦਿਸ ਟਾਈਪ ਆਫ ਦੀ ਡਾਊਨ ਸਿੰਡਰੋਮ occurs when the portion of the chromosome 21 is attached translocated into another chromosomes before it and conception. Done? ਇਸ ਨੂੰ ਆਪਾਂ ਕਿਹਨੂੰ ਕਹਾਂਗੇ? ਆਪਾਂ ਟਰਾਂਸਲੋਕੇਸ਼ਨ ਡਾਊਨ ਸਿੰਡਰੋਮ ਨੂੰ ਕਹਾਂਗੇ। ਹੁਣ ਉਸ ਤੋਂ ਬਾਅਦ ਕਹਿੰਦੇ ਰਿਸਕ ਫੈਕਟਰਸ ਕਿਹੜੇ ਆ, ਯਾਨੀ ਕਿ ਜੇ ਡਾਊਨ ਸਿੰਡਰੋਮ ਹੋ ਜਾਏ ਤਾਂ ਰਿਸਕ ਫੈਕਟਰਸ ਕਿਹੜੇ ਆ, ਕਿੰਨਾ ਨੂੰ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ। ਕਹਿੰਦੇ ਜੇ ਮਦਰ ਦੀ ਏਜ ਓਲਡਰ ਵੂਮਨ ਹੈ ਉਹ ਜ਼ਿਆਦਾ ਹਾਈਅਰ ਰਿਸਕ 'ਤੇ ਹੈ। ਡਨ, ਉਹਨਾਂ ਦੀ ਜਿਹੜੀ ਅਬਨੋਰਮਲ ਡਿਵੀਜ਼ਨ ਹੋ ਸਕਦੀ ਹੈ ਕ੍ਰੋਮੋਸੋਮਸ ਦੀ, ਖਾਸ ਕਰ ਜੇ ਉਹ ਪ੍ਰੈਗਨੈਂਟ ਹੈ। ਡਨ, ਕਹਿੰਦੇ ਪ੍ਰੈਗਨੈਂਸੀ ਅਫੈਕਟਡ ਹੋ ਸਕਦੀ ਹੈ ਕਿਸ ਦੁਆਰਾ? ਡਾਊਨ ਸਿੰਡਰੋਮ ਦੁਆਰਾ। ਕਹਿੰਦੇ ਪ੍ਰੋਵਿਸ਼ੀਅਸ ਚਾਈਲਡ ਵਿਦ ਦੀ ਡਾਊਨ ਸਿੰਡਰੋਮ, ਕੋਈ ਪਹਿਲਾ ਜਿਹੜਾ ਤੁਹਾਡਾ ਬੱਚਾ ਸੀ ਉਹ ਵੀ ਡਾਊਨ ਸਿੰਡਰੋਮ ਨਾਲ ਸੀ ਤਾਂ ਵੀ ਪ੍ਰੋਬਲਮ ਹੋ ਸਕਦੀ ਹੈ। ਕਹਿੰਦੇ ਪੇਰੈਂਟਸ ਹੂ ਹੈਵ 1 ਚਾਈਲਡ ਵਿਦ ਦੀ ਡਾਊਨ ਸਿੰਡਰੋਮ ਆਰ ਐਟ ਐਨ ਇਨਕਰੀਜ਼ ਰਿਸਕ ਬਾਈ 1% ਆਫ ਹੈਵਿੰਗ ਅਨਦਰ ਚਾਈਲਡ ਵਿਦ ਦੀ ਡਾਊਨ ਸਿੰਡਰੋਮ। ਕਹਿੰਦੇ ਜੇ ਤੁਹਾਡਾ ਪਹਿਲਾ ਬੱਚਾ ਸੀ ਜੇ ਉਹ ਵੀ ਡਾਊਨ ਸਿੰਡਰੋਮ ਨਾਲ ਸੀ ਤਾਂ ਆਉਣ ਵਾਲਾ ਜਿਹੜਾ ਬੱਚਾ ਤੁਹਾਡਾ ਉਹ ਵੀ 1% ਉਹਦਾ ਰਿਸਕ ਵੱਧ ਜਾਂਦਾ। ਇਹਦੇ ਸਿੰਪਟਮਸ ਕੀ ਹੈ? ਜਿਵੇਂ ਸਿੰਪਟਮ ਦੱਸਾਂ ਇਹ ਵੈਰੀ ਕਰਦੇ ਆ ਪਰਸਨ ਟੂ ਪਰਸਨ। ਠੀਕ ਹੈ, ਸੋ ਜੇ ਇਸ ਵਿੱਚ ਕਹਾਂ ਫਲੈਟਨ ਫੇਸ ਹੋ ਜਾਂਦਾ, ਸਪੈਸ਼ਲੀ ਦੀ ਬ੍ਰਿਜ ਆਫ ਦੀ ਨੋਸ। ਦੈਨ ਐਲਮੰਡ ਸ਼ੇਪਡ ਆਈਸ ਹੋ ਜਾਂਦੀਆਂ, ਡੈਡ ਸਲੈਂਟ ਅਪ, ਅ ਸ਼ੋਰਟ ਨੈਕ, ਸਮੋਲ ਈਅਰਸ, ਠੀਕ ਹੈ, ਸਮੋਲ ਹੈਂਡਸ ਐਂਡ ਫੀਟ, ਅ ਟੰਗ that tends to stick out of the mouth, tiny white spots on the iris, ठीक है, colored part of the eye, a single line across the palm of the hand, small pinky fingers that sometimes curve toward the thumb,
ਪੂਅਰ ਮਸਲਸ ਔਰ ਲੂਸ ਜੁਆਇੰਟਸ, ਸ਼ੋਰਟਰ ਇਨ ਹਾਈਟ। ਇਸ ਤਰ੍ਹਾਂ ਦੇ ਸਿੰਪਟਮਸ ਨਿਕਲ ਕੇ ਸਾਹਮਣੇ ਆ ਸਕਦੇ हैं। ਕਹਿੰਦੇ ਕਦੋਂ ਡਾਕਟਰ ਨੂੰ ਦਿਖਾਉਣਾ ਚਾਹੀਦਾ? ਵੈਨ ਟੂ ਸੀ ਅ ਡਾਕਟਰ। Children with Down syndrome usually are diagnosed before or at a birth. However, if you have any question regarding your pregnancy of your child growth and the development, talk with the doctor. ठीक है। ਹੁਣ complications ਕਿਹੜੇ हैं? ਕਹਿੰਦੇ persons affected by Down syndrome may experience the following complication। ਕਿਹੜੇ complication ਹੋ ਸਕਦੇ हैं? ਹਾਰਟ ਡਿਫੈਕਟਸ ਹੋ ਸਕਦੇ हैं, such as congenital ਹਾਰਟ ਡਿਫੈਕਟਸ ਹੋ ਸਕਦੇ हैं, hearing problem ਹੋ ਸਕਦੀ ਹੈ, vision problem ਹੋ ਸਕਦੀ ਹੈ, thyroid gland disorder ਹੋ ਸਕਦੇ हैं, then infection diseases ਹੋ ਸਕਦੀਆਂ, ਸਪਾਈਨਲ ਪ੍ਰੋਬਲਮ ਹੋ ਸਕਦੀ ਹੈ, ਮੈਂਟਲ ਡਿਸਆਰਡਰ ਹੋ ਸਕਦਾ ਹੈ, ਹੀਅਰਿੰਗ ਲੋਸ ਹੋ ਸਕਦਾ, ਸਲੀਪ ਅਪੀਨੀਆ ਹੋ ਸਕਦਾ, ਠੀਕ ਹੈ, ਈਅਰ ਇਨਫੈਕਸ਼ਨਸ ਹੋ ਸਕਦਾ। ਜੇ ਆਪਾਂ ਡਾਇਗਨੋਸਿਸ ਦੀ ਗੱਲ ਕਰੀਏ, ਬਿਫੋਰ ਡਿਲੀਵਰੀ ਆਪਾਂ ਕਿਵੇਂ ਕਰ ਸਕਦੇ ਹਾਂ? ਸਕਰੀਨਿੰਗ ਟੈਸਟ ਹੋ ਸਕਦੀ ਹੈ, ਡਾਇਗਨੋਸਟਿਕ ਅਲਟਰਾਸਾਊਂਡ ਹੋ ਸਕਦਾ ਹੈ, ਬਲੱਡ ਟੈਸਟ ਟੂ ਮੈਜਰ ਦੀ ਲੈਵਲ ਆਫ ਦੀ ਸਰਟੇਨ ਸਬਸਟੈਂਸਿਸ ਇਨ ਦਾ ਪ੍ਰੈਗਨੈਂਟ ਵੂਮਨ ਬਲੱਡ, ठीक है। डायग्नोस्टिक टेस्ट इन सम केसेस डाउन सिंड्रोम इज डायग्नोस्ड ड्यूरिंग द प्रेगनेंसी थ्रू द aforementioned screen test. If this is the case, you might consider more testing to confirm the diagnosis. Diagnostic tests that can identify the Down syndrome include the chronic villus sampling लिती जाती है, sample is taken from the placenta and they used to analyze the fetal chromosomes during the first 3 months of the pregnancy, 10 to 12 weeks. Done. ਹੁਣ ਉਸ ਤੋਂ ਬਾਅਦ ਜੇ ਆਫਟਰ ਡਿਲੀਵਰੀ ਹੋਵੇ ਤਾਂ ਵੀ ਆਪਾਂ ਟੈਸਟ ਕਰਵਾ ਸਕਦੇ ਹਾਂ। ਡਨ। ਉਸ ਟਾਈਮ ਕਿਹੜਾ ਟੈਸਟ ਹੋ ਸਕਦਾ ਹੈ? ਠੀਕ ਹੈ, ਦੱਸੋ ਮੈਨੂੰ। ਕੈਰੀਓ ਟਾਈਪ ਟੈਸਟ ਹੋ ਸਕਦਾ। ਜੇ ਟ੍ਰੀਟਮੈਂਟ ਦੀ ਗੱਲ ਕਰੀਏ, ਕਹਿੰਦੇ ਦੀ ਕੋਈ ਸਪੈਸੀਫਿਕ ਟ੍ਰੀਟਮੈਂਟ ਨਹੀਂ ਹੈ। ਅਰਲੀ ਇੰਟਰਵੈਂਸ਼ਨ ਫੋਰ ਦੀ ਇਨਫੈਂਟਸ ਐਂਡ ਚਿਲਡਰਨ ਵਿਦ ਦੀ ਡਾਊਨ ਸਿੰਡਰੋਮ ਕੈਨ ਮੇਕ ਦਾ ਮੇਜਰ ਡਿਫਰੈਂਸ ਇਨ ਇੰਪਰੂਵਿੰਗ ਦੀ ਕੁਆਲਿਟੀ ਆਫ ਲਾਈਫ। ਜਿੰਨੀ ਅਰਲੀ ਸਟੇਜ 'ਚ ਤੁਹਾਨੂੰ ਜੇ ਪਤਾ ਲੱਗ ਜਾਵੇ ਉਨਾ ਚੰਗਾ ਹੈ, ਉਨੀ ਜਲਦੀ ਇੰਪਰੂਵਮੈਂਟ ਹੋ ਸਕਦੀ ਹੈ, ਕੁਆਲਿਟੀ ਆਫ ਲਾਈਫ ਮਤਲਬ ਠੀਕ ਹੋ ਸਕਦੀ ਹੈ ਤੁਹਾਡੀ। ਜਿੰਨਾ ਤੁਸੀਂ ਲੇਟ ਕਰਦੇ ਜਾਓਗੇ ਉਨਾ ਕੰਮ ਖਰਾਬ ਹੁੰਦਾ ਜਾਏਗਾ। ਇਹਦੀ ਪ੍ਰੀਵੈਂਸ਼ਨ ਕੀ ਹੈ? ਕਹਿੰਦੇ ਦੇਰ ਇਜ਼ ਅ ਨੋ ਵੇ ਟੂ ਪ੍ਰੀਵੈਂਟ ਡਾਊਨ ਸਿੰਡਰੋਮ। ਇਫ ਯੂ ਐਟ ਦਾ ਹਾਈ ਰਿਸਕ ਆਫ ਹੈਵਿੰਗ ਅ ਚਾਈਲਡ ਵਿਦ ਡਾਊਨ ਸਿੰਡਰੋਮ, ਯੂ ਮੇ ਵਾਂਟ ਟੂ ਕੰਸਲਟ ਅ ਜੈਨੇਟਿਕ ਕਾਉਂਸਲਰ ਬਿਫੋਰ ਬਿਕਮਿੰਗ ਅ ਪ੍ਰੈਗਨੈਂਟ। ਡਨ। ਸੋ ਥੈਂਕ ਯੂ ਵੈਰੀ ਮੱਚ। ਡਨ। ਅਤੇ ਬਾਈ ਚਾਂਸ ਜੇ ਮੇਰੇ ਬੋਲਦੇ ਹੋਇਆ, ਠੀਕ ਹੈ, ਜੇ ਤੁਹਾਨੂੰ ਕਿੱਥੇ ਕੋਈ ਵਰਡ ਨਾ ਸਮਝ ਆਇਆ ਹੋਵੇ ਤਾਂ ਮੇਰੇ ਵੱਲੋਂ ਮਾਫੀ। ਡਨ। ਜੇ ਤੁਹਾਨੂੰ ਕਿੱਥੇ ਵੀ ਕੋਈ ਪ੍ਰੋਬਲਮ ਹੋਈ ਹੋਵੇ ਤਾਂ ਕਮੈਂਟ ਸੈਕਸ਼ਨ 'ਚ ਪੁੱਛਿਓ, ਮੈਂ 100% ਰਿਪਲਾਈ ਕਰਾਂਗਾ। ਡਨ। ਸੋ ਤੁਸੀਂ ਮੈਂ ਤੁਹਾਨੂੰ ਜਿਹੜਾ ਪੜ੍ਹਾ ਰਿਹਾ, ਦੇਖੋ ਉਰੇ ਇੰਗਲਿਸ਼ 'ਚ ਹੈ, ਮੈਂ ਤੁਹਾਨੂੰ ਪੰਜਾਬੀ 'ਚ ਦੱਸ ਰਿਹਾ, ਹਰੇਕ ਚੀਜ਼ ਪੰਜਾਬੀ 'ਚ ਦੱਸ ਰਿਹਾ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਮੈਂ ਸਾਰਾ ਕੁਝ ਪੰਜਾਬੀ 'ਚ ਦੱਸ ਰਿਹਾ। ਡਨ। ਅਤੇ ਤੁਹਾਨੂੰ ਚੀਜ਼ ਨੂੰ ਸਿਰਫ ਸਮਝਣਾ ਹੈ, ਤੁਹਾਨੂੰ ਤਾਂ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿਹੜੀ ਚੀਜ਼ ਕਿਸ ਤਰ੍ਹਾਂ ਦੀ ਹੈ। ਠੀਕ ਹੈ ਫਰੈਂਡਸ। ਸੋ ਜੇ ਤੁਹਾਨੂੰ ਕਿੱਥੇ ਵੀ ਕੋਈ ਪ੍ਰੋਬਲਮ ਲੱਗੇ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਕੰਟਰੀਬਿਊਟ ਕਰਿਆ ਕਰੋ, ਪੁੱਛਿਆ ਕਰੋ ਬਾਰ-ਬਾਰ। ਮੈਨੂੰ ਵੀ ਚੰਗਾ ਲੱਗੇਗਾ ਜੇ ਤੁਹਾਡੇ ਕੋਈ ਕੁਐਸਚਨਸ ਆਉਂਦੇ ਆ ਨਾ। ਕੁਐਸਚਨਸ ਮੈਨੂੰ ਬਹੁਤ ਜ਼ਰੂਰੀ ਹੈ। ਕੁਐਸਚਨਸ ਆਉਣਗੇ ਤਾਂ ਮੈਨੂੰ ਲੱਗੇਗਾ ਕਿ ਮੈਨੂੰ ਹੋਰ ਇੰਪਰੂਵਮੈਂਟ ਕਰਨ ਦੀ ਲੋੜ ਹੈ, ਕਿ ਮੈਨੂੰ ਹੋਰ ਕੀ ਇੰਪਰੂਵ ਕਰਨ ਦੀ ਲੋੜ ਹੈ, ਇਹ ਵੀ ਦੇਖਣਾ ਚਾਹੀਦਾ ਹੈ ਨਾ। ਸੋ ਹਮੇਸ਼ਾ ਆਪਣੇ ਆਪ ਦੀ ਗਰੋਥ ਕਰਦੇ ਰਿਹਾ ਕਰੋ। ਤੁਸੀਂ ਵੀ ਕੁਐਸਚਨ ਪੁੱਟ ਕਰਿਆ ਕਰੋ। ਜਿਵੇਂ ਆਪਾਂ ਸਪੋਜ਼ ਕਰੋ ਆਪਾਂ ਔਨਲਾਈਨ ਪੜ੍ਹ ਰਹੇ ਹਾਂ, ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਤੁਸੀਂ ਸਪੋਜ਼ ਕਰੋ, ਤੁਹਾਨੂੰ ਮੈਂ ਆਪਣੇ ਲੈਕਚਰ ਲਈ ਨਹੀਂ ਕਹਿ ਰਿਹਾ, ਜੇ ਤੁਹਾਡਾ ਕੋਈ ਹੋਰ ਵੀ ਤੁਸੀਂ ਕਿਸੇ ਲੈਕਚਰ ਦੇਖਦੇ ਹੋ, ਕੁਐਸਚਨ ਪੁੱਟ ਕਰਿਆ ਕਰੋ। ਇੱਕ ਨਾਲ ਪੇਜ ਲੈ ਕੇ ਬੈਠਿਆ ਕਰੋ, ਕੋਈ ਟੌਪਿਕ ਪੜ੍ਹਿਆ, ਟੌਪਿਕ 'ਚੋਂ ਕੁਐਸਚਨ ਪੁੱਟ ਕਰਿਆ ਕਰੋ। ਠੀਕ ਹੈ, ਕੁਐਸਚਨ ਪੁੱਟ ਕਰਕੇ ਲਿਖਿਆ ਕਰੋ ਉਰੇ। ਦੈਨ ਬਾਈ ਚਾਂਸ ਤੁਹਾਨੂੰ ਜਿਹੜਾ ਫੈਕਲਟੀ ਪੜ੍ਹਾ ਰਿਹਾ ਉਸ ਤੋਂ ਰਿਸਪੌਂਸ ਨਹੀਂ ਆਉਂਦਾ, ਆਪ ਦਿਮਾਗ ਲਗਾ ਕੇ ਸਰਚ ਕਰਿਆ ਕਰੋ ਕਿ ਇਹ ਕੁਐਸਚਨ ਮੇਰੇ ਦਿਮਾਗ 'ਚ ਪੁੱਟ ਹੋਇਆ, ਇਹਦਾ ਆਨਸਰ ਕਿਵੇਂ ਨਿਕਲੇਗਾ। ਭਾਵੇਂ ਤੁਸੀਂ ਗੂਗਲ ਦੀ ਹੈਲਪ ਲਓ, ਕਿਸੇ ਸੋਰਸਿਸ ਦੀ ਹੈਲਪ ਲਓ, ਕਿਸੇ ਤਰ੍ਹਾਂ ਵੀ ਹੈਲਪ ਲਓ, ਸਮਝਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਹਾਡਾ ਐਨਾਲੀਟੀਕਲ ਦਿਮਾਗ ਬਣੇਗਾ। ਡਨ। ਮਾਫ ਕਰਨਾ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਐਨਾਲੀਟੀਕਲ ਜ਼ਿਆਦਾ ਸਮਝ ਪਾਓਗੇ ਕਿਸੇ ਚੀਜ਼ ਨੂੰ। ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ, ਮੇਰੇ ਵੱਲੋਂ ਸਿਰਫ ਇੱਕ ਤਰ੍ਹਾਂ ਦੀ ਮੈਂ ਇੱਕ ਦੱਸ ਸਕਦਾ ਸੀ, ਇੱਕ ਮੈਂ ਕੁਝ ਸੁਜੈਸ਼ਨ ਕਰ ਸਕਦਾ ਸੀ। ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ। ਡਨ। ਸੋ ਥੈਂਕ ਯੂ ਵੈਰੀ ਮਚ। ਟੇਕ ਕੇਅਰ।